ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਤੁਸੀਂ ਸੁਣ ਰਹੇ ਹੋ ਕੁਲਵੀਰ ਸਿੰਘ ਦੇ ਨਾਲ ਇਟਾਲੀਅਨ ਖਬਰਾਂ ਪੰਜਾਬੀ ਦੇ ਵਿੱਚ। ਅੱਜ ਦੀਆਂ ਖਬਰਾਂ ਦੇ ਵਿੱਚ ਅਸੀਂ ਗੱਲ ਕਰਨੀ ਹੈ ਜੀ ਸਪਿਡ ਕੀ ਹੈ। 1 ਸਾਲ ਪਹਿਲਾਂ ਵੀ ਅਸੀਂ ਵੀਡੀਓ ਬਣਾ ਕੇ ਸਾਨੂੰ ਦੱਸਿਆ ਹੀ, ਹੋ ਸਕਦਾ ਤੁਸੀਂ ਵੀਡੀਓ ਨਾ ਦੇਖਿਓ। ਇਹ ਵੀਡੀਓ ਉਹਨਾਂ ਦੇ ਲਈ ਹੋਏਗੀ ਜਿਨ੍ਹਾਂ ਨੂੰ ਨਹੀਂ ਪਤਾ। ਤੇ ਬੋਨਸ 300 ਵਾਲਾ ਇੱਕ ਜੋ ਆਉਣ ਵਾਲਾ ਉਹ ਕਿਹੜਾ ਬੋਨਸ ਆਉਣਾ, ਉਹ ਉਹਨਾਂ ਦੇ ਹੱਕਦਾਰ ਕੌਣ ਨੇ, ਉਹਦੇ ਬਾਰੇ ਗੱਲ ਕਰਾਂਗੇ। ਨੂਲਾ ਔਸਤਾ ਬਾਰੇ ਸਾਨੂੰ ਕੱਲ੍ਹ ਕਮੈਂਟਾਂ ਦੇ ਵਿੱਚ ਪੁੱਛਿਆ ਗਿਆ ਸੀ ਕਿ ਤੁਸੀਂ ਕੁਛ ਨੂਲਾ ਔਸਤਾ ਬਾਰੇ ਵੀ ਅਪਡੇਟ ਦਿਓ। ਉਹਦੇ ਬਾਰੇ ਵੀ ਤੁਹਾਨੂੰ ਥੋੜ੍ਹੀ ਜਿਹੀ ਇੱਕ ਇਨਫੋਰਮੇਸ਼ਨ ਦੇਣ ਦੀ ਕੋਸ਼ਿਸ਼ ਕਰਾਂਗੇ ਜੀ। ਪਰ ਇਹ ਸਭ ਤੋਂ ਪਹਿਲਾਂ ਦੇਖਦੇ ਹਾਂ ਇੰਡੀਆ ਦੀ ਜਿਹੜੀ ਸਿਚੁਏਸ਼ਨ ਹੈ ਇਸ ਟਾਈਮ ਕੀ ਕਰ ਰਹੀ ਹੈ ਜੀ। ਇੰਡੀਆ ਦੇ ਵਿੱਚ 58,922 ਟੋਟਲ ਨਵਾਂ ਕੇਸ ਜਿਸ ਟਾਈਮ ਅਸੀਂ ਰਿਕਾਰਡ ਕਰ ਰਹੇ ਹਾਂ ਜੀ। ਰੈਕ ਨੈਟਿਵ ਟਿਊਟੋਰੀਅਲਸ ਚੈਨਲ ਸਬਸਕ੍ਰਾਈਬ ਜ਼ਰੂਰ ਕਰਿਓ ਜੀ। ਅਸੀਂ ਵੀ ਸਬਸਕ੍ਰਾਈਬ ਕੀਤਾ, ਤੁਸੀਂ ਵੀ ਸਬਸਕ੍ਰਾਈਬ ਕਰ ਲਓ। ਇਹਦੇ ਨਾਲ ਤੁਸੀਂ ਸਿੱਖ ਸਕਦੇ ਹੋ ਜੀ ਕਿਸ ਹਿਸਾਬ ਦੇ ਨਾਲ ਬਣਾਉਣੀਆਂ ਨੇ ਮੋਬਾਈਲ ਦੇ ਲਈ ਐਪਲੀਕੇਸ਼ਨ, ਐਂਡਰੋਇਡ ਹੋਵੇ ਜਾਂ ਆਈਫੋਨ ਹੋਵੇ, ਵਟਸਐਪ, ਫੇਸਬੁੱਕ, ਕਿਸੇ ਵੀ ਪ੍ਰਕਾਰ ਦੀ ਤੁਸੀਂ ਐਪਲੀਕੇਸ਼ਨ ਬਣਾਉਣੀ ਸਿੱਖ ਸਕਦੇ ਹੋ ਜੀ। ਅਸੀਂ ਸਬਸਕ੍ਰਾਈਬ ਕਰ ਲਿਆ, ਤੁਸੀਂ ਵੀ ਜ਼ਰੂਰ ਕਰਿਓ ਜੀ। 54,580 ਮਰੀਜ਼ ਠੀਕ ਹੋਇਆ ਤੇ 669 ਜਿਹੜੇ ਨਵੇਂ ਕੇਸ ਆਏ ਨੇ। ਅਤੇ ਜੇਕਰ ਅਸੀਂ ਗੱਲ ਪੰਜਾਬ ਦੀ ਕਰੀਏ ਤਾਂ 1964 ਨਵਾਂ ਕੇਸ ਪੰਜਾਬ ਦੇ ਵਿੱਚ, 16,230 ਐਕਟਿਵ ਕੇਸ ਨੇ, 2,307 ਮਰੀਜ਼ ਠੀਕ ਹੋਏ ਅਤੇ 67 ਮਰੀਜ਼ਾਂ ਦੀ ਪੰਜਾਬ ਦੇ ਵਿੱਚ ਹੋਈ ਹੈ ਜੀ ਮੌਤ। ਤੇ ਹੁਣ ਦੇਖਦੇ ਹਾਂ ਜੀ ਇਟਲੀ ਦੀ ਸਿਚੁਏਸ਼ਨ ਇਸ ਟਾਈਮ ਕੀ ਕਹਿ ਰਹੀ। ਇਟਲੀ ਦੇ ਵਿੱਚ ਅੱਜ ਟੋਟਲ ਨਵੇਂ 1,370 ਕੇਸ ਆਏ ਨੇ ਅਤੇ 10 ਮਰੀਜ਼ਾਂ ਦੀ ਮੌਤ ਹੋਈ ਹੈ। 563 ਮਰੀਜ਼ ਇਟਲੀ ਦੇ ਵਿੱਚ ਅੱਜ ਠੀਕ ਵੀ ਹੋਇਆ। ਤੇ ਜੇਕਰ ਅਸੀਂ ਗੱਲ ਕਰੀਏ ਇਟਲੀ ਦੇ ਵਿੱਚ ਇਸ ਟਾਈਮ ਟੋਟਲ ਕਿੰਨੇ ਪੋਜ਼ੀਟਿਵ ਕੇਸ ਆ ਰਹੇ ਨੇ, ਤਾਂ ਟੋਟਲ ਜਿਹੜਾ ਇਟਲੀ ਦੇ ਵਿੱਚ ਪੋਜ਼ੀਟਿਵ ਕੇਸ ਆ ਜੀ 33,799 ਪੋਜ਼ੀਟਿਵ ਕੇਸ ਇਟਲੀ ਦੇ ਵਿੱਚ ਇਸ ਟਾਈਮ ਚੱਲ ਰਿਹਾ ਜੀ। ਉਸ ਤੋਂ ਬਾਅਦ ਡਿਟੇਲ ਦੇ ਵਿੱਚ ਜਾਵਾਂਗੇ ਜੀ ਕੇਸ ਏਰੀਆ ਦੇ ਵਿੱਚ ਕਿੰਨੇ ਕੇਸ ਚੱਲ ਰਹੇ ਨੇ ਜਾਂ ਫਿਰ ਕੀ ਹਿਸਾਬ ਕਿਤਾਬ ਆ। ਸਭ ਤੋਂ ਪਹਿਲਾਂ ਅਸੀਂ ਹੁਣ ਸਪਿਡ ਬਾਰੇ ਗੱਲ ਕਰਦੇ ਹਾਂ ਜੀ। ਸ਼ੁਰੂਆਤ ਦੇ ਤੌਰ 'ਤੇ ਤੁਹਾਨੂੰ ਦੱਸਦੇ ਕਿ ਅਸਲ ਦੇ ਵਿੱਚ ਸਪਿਡ ਹੈ ਕਿ ਇਹ ਜੋ ਸਪਿਡ ਇਹ ਇੱਕ ਤੁਹਾਡੀ ਡਿਜੀਟਲ ਆਈਡੀ ਹੈ। ਜਿੱਦਾਂ ਤੁਹਾਡਾ ਆਈਡੈਂਟੀਟੀ ਕਾਰਡ ਹੁੰਦਾ ਕਮੂਨੇ ਦੇ ਵਿੱਚ ਜੋ ਰੈਜ਼ੀਡੈਂਸ ਆ ਬਣਦਾ ਇੰਡੀਆ ਦੇ ਹਿਸਾਬ ਨਾਲ ਦੇਖੀਏ, ਜਿਹਨੂੰ ਅਸੀਂ ਆਧਾਰ ਕਾਰਡ ਕਹਿ ਦਿੰਦੇ ਹਾਂ। ਇਹ ਇਲੈਕਟ੍ਰੋਨਿਕ ਕਾਰਡ ਆ ਅਤੇ ਕਾਰਡ ਵੀ ਨਹੀਂ ਹੈਗਾ, ਇਹ ਸਿਰਫ ਆਈਡੀ ਅਤੇ ਪਾਸਵਰਡ ਆ ਜਿਹੜਾ ਤੁਸੀਂ ਰਜਿਸਟਰ ਕਰਨਾ। ਇਹਨੂੰ ਤੁਸੀਂ ਔਨਲਾਈਨ ਰਜਿਸਟਰ ਕਰ ਸਕਦੇ ਜੇਕਰ ਤੁਹਾਡੇ ਕੋਲ ਕੰਪਿਊਟਰ ਵੈਬਕਮ ਘਰ ਦੇ ਵਿੱਚ ਹੈਗਾ। ਟੀਮ ਅਰੂਬਾ ਬਹੁਤ ਸਾਰੀਆਂ ਵੈਬਸਾਈਟਾਂ, ਜੇਕਰ ਤੁਸੀਂ ਲਿਖੋ ਸਪਿਡ ਔਨਲਾਈਨ ਤਾਂ ਤੁਹਾਨੂੰ ਬਹੁਤ ਸਾਰੀਆਂ ਵੈਬਸਾਈਟਾਂ ਲੱਭ ਜਾਣਗੀਆਂ ਜਿਨ੍ਹਾਂ ਦੇ ਉੱਤੇ ਤੁਸੀਂ ਔਨਲਾਈਨ ਕਰ ਸਕਦੇ ਹੋ। ਪਰ ਜੇਕਰ ਤੁਸੀਂ ਕੰਪਿਊਟਰ 'ਤੇ ਬੈਠ ਕੇ ਨਹੀਂ ਕਰਨਾ ਚਾਹੁੰਦੇ ਅਤੇ ਤੁਸੀਂ ਆਪ ਕਰਨਾ ਚਾਹੁੰਦੇ ਤਾਂ ਉਹਦੇ ਲਈ ਤੁਹਾਨੂੰ ਕੀ ਲੋੜ ਆ, ਤੁਹਾਡੇ ਕੋਲ ਹੋਣਾ ਚਾਹੀਦਾ ਕਾਪੀ, ਪੈਨ, ਕਾਗਜ਼, ਮੋਬਾਈਲ ਅਤੇ ਇੱਕ ਈਮੇਲ। ਇਹ ਤੁਹਾਡੇ ਕੋਲ ਹੋਣੇ ਬਹੁਤ ਜ਼ਰੂਰੀ ਆ। ਇੱਕ ਕਾਗਜ਼ ਉੱਤੇ ਆਪਣੀ ਈਮੇਲ, ਟੈਲੀਫੋਨ ਨੰਬਰ, ਇਹ ਚੀਜ਼ਾਂ ਲਿਖ ਕੇ ਕਾਰਤਾ ਦੀ identità ਅਗਰ ਤੈਸਰਾ ਸੈਨਿਟਾਰੀਆ ਹੈਗਾ ਤਾਂ ਉਹ ਲੈ ਕੇ ਪੋਸਟ ਆਫਿਸ ਜਾਓ। ਉਹਨਾਂ ਨੂੰ ਜਾ ਕੇ ਤੁਸੀਂ ਇਹ ਕਹਿਣਾ ਕਿ ਵੋਲਿਓ ਫਾਰੇ ਲੋ ਸਪੀਡ, ਕਿ ਮੈਂ ਜਿਹੜਾ ਸਪੀਡ ਕਰਨਾ ਚਾਹੁੰਦਾ। ਇੰਨਾ ਕਹਿ ਕੇ ਹੀ ਉਹ ਕਾਗਜ਼ ਉੱਤੇ ਲਿਖਿਓ ਈਮੇਲ ਅਤੇ ਆਪਣਾ ਜਿਹੜਾ ਟੈਲੀਫੋਨ ਨੰਬਰ ਆ ਉਹਨੂੰ ਦੇ ਦਿਓ ਅਤੇ ਉਹਨੇ ਬਾਅਦ ਵਿੱਚ ਰਜਿਸਟਰ ਕਰਨ ਲੱਗ ਜਾਣੀ। ਹੋ ਸਕਦਾ ਤੁਹਾਡੇ ਕੋਲ ਰੈਜ਼ੀਡੈਂਸ ਆ, ਕਾਰਤਾ ਦੀ identità ਮੰਗੇ, ਜਿਹੜੇ ਵੀ ਡਾਕੂਮੈਂਟ ਉਹਨੇ ਮੰਗਣੇ। ਕਾਰਤਾ ਦੀ identità ਤੈਸਰਾ ਸੈਨਿਟਾਰੀਆ ਹੁੰਦਾ। ਕਾਗਜ਼ ਦੇ ਨਾਲ ਉਹ ਡਾਕੂਮੈਂਟ ਵੀ ਉਹਦੇ ਮੂਹਰੇ ਰੱਖ ਦਿਓ। ਜਿਸ ਟਾਈਮ ਉਹਨੇ ਈਮੇਲ ਆਪਣੀ ਸੈਟਿੰਗ ਕਰਨੀ ਹੈ ਤੁਹਾਡੇ ਮੋਬਾਈਲ 'ਤੇ ਇੱਕ ਟੈਲੀਫੋਨ 'ਤੇ ਮੈਸੇਜ ਆਉਣਾ ਜਿਹਨੂੰ OTP ਮੈਸੇਜ ਕਹਿੰਦੇ ਆ, 1 ਟਾਈਮ ਪਾਸਵਰਡ। ਅਤੇ ਉਸ ਮੈਸੇਜ ਨੂੰ ਤੁਸੀਂ ਉਹਨੂੰ ਦੱਸਣਾ ਕਿਹੜਾ, ਤਾਂ ਫਿਰ ਉਹਨੇ ਤੁਹਾਨੂੰ ਦੱਸਣਾ ਕਾਫੀ ਕੁਛ ਬੋਲਣਾ ਜੀ। ਉਹ ਜੇ ਤੁਹਾਨੂੰ ਨਹੀਂ ਵੀ ਸਮਝ ਆਈ, ਮੰਨ ਲਓ ਤੁਹਾਨੂੰ ਇਟਾਲੀਅਨ ਜਮਾਂ ਹੀ ਨਹੀਂ ਆਉਂਦੀ, ਤਾਂ ਉਹਨੇ ਤੁਹਾਨੂੰ ਇੱਕ ਜਗ੍ਹਾ 'ਤੇ ਸਾਈਨ ਕਰਨ ਨੂੰ ਕਹਿਣਾ ਜਾਂ 2 ਜਗ੍ਹਾ 'ਤੇ ਕਹੂਗਾ ਜੋ ਉਹਨਾਂ ਕੋਲ ਡਿਜੀਟਲ ਕਾਰਡ ਹੁੰਦਾ, ਜਾਂ ਫਿਰ ਪੇਪਰਾਂ 'ਤੇ ਵੀ ਕਰਵਾ ਸਕਦਾ। ਸਾਈਨ ਕਰਵਾਉਣ ਤੋਂ ਬਾਅਦ ਤੁਹਾਨੂੰ ਇੱਕ ਫਾਈਲ ਦਿੱਤੀ ਜਾਏਗੀ, ਇੱਕ ਡਾਕੂਮੈਂਟ ਦਿੱਤਾ ਜਾਊਗਾ ਅਤੇ ਉਹ ਤੁਹਾਨੂੰ ਨਹੀਂ ਦੱਸਣਾ ਕਿ 10 ਦਿਨਾਂ ਦੇ ਵਿੱਚ ਤੁਸੀਂ ਆਪਣੀ ਈਮੇਲ ਨੂੰ ਔਨਲਾਈਨ ਜਾ ਕੇ ਚੈੱਕ ਕਰਨਾ। ਤੁਹਾਡੇ ਕੋਲ ਇੱਕ ਲਿੰਕ ਹੋਣਾ ਜੀ, ਉਹਨੂੰ ਕੀ ਕਰਨਾ, ਉਹਦੇ ਵਿੱਚ ID ਪਾਸਵਰਡ ਲਿਖਿਆ ਹੋਣਾ। ਤੁਸੀਂ ਔਨਲਾਈਨ ਜਾਣਾ, ਉਸ ID ਪਾਸਵਰਡ ਦੇ ਨਾਲ ਐਂਟਰ ਹੋ ਸਕਦੇ ਆ। 10 ਦਿਨ ਦਾ ਟਾਈਮ ਆ ਸਿਰਫ। ਪਹਿਲੀ ਵਾਰ ਜੋ ਪਾਸਵਰਡ ਉਹਨਾਂ ਨੇ ਇੱਕ ਟੈਂਪਰੋਰੀ ਦਿੱਤਾ ਹੋਣਾ ਤੁਸੀਂ ਉਹ ਲਾਉਣਾ। ਉਸ ਤੋਂ ਬਾਅਦ ਇੱਕ ਨਵਾਂ ਪਾਸਵਰਡ ਰੱਖਣਾ ਅਤੇ ਜਿਸ ਟਾਈਮ ਤੁਸੀਂ ਸਭ ਕੁਛ ਸੈਟਿੰਗ ਕਰ ਲੈਂਦੇ ਹੋ ਤਾਂ ਫਿਰ ਉਸ ਤੋਂ ਬਾਅਦ ਤੁਸੀਂ ਮਿਨਿਸਟਰੋ dell'interno ਜਾਂ ਫਿਰ ਇੰਪਸ ਵਾਲੀ ਵੈਬਸਾਈਟ ਜਿਹਦੇ ਨਾਲ 2-3 ਸਕੋਲਾ ਜਾਂ ਰੈਡੀਟੋ ਦੀ ਐਮਰਜੈਂਸੀ ਕਿਸੇ ਵੀ ਤਰ੍ਹਾਂ ਦੇ ਜਿਹੜੇ ਦੋਮਾਂਦੇ ਨੇ ਜੋ ਕਿ ਅੱਜ ਕੱਲ੍ਹ ਸਿਰਫ ਸਪਿਡ ਦੇ ਨਾਲ ਹੀ ਹੋ ਰਹੇ ਨੇ, ਤੁਸੀਂ ਸਾਰਾ ਕੁਛ ਕਰ ਸਕਦੇ ਹੋ। ਆਪਣਾ ਇਟਾਲੀਅਨ ਪਾਸਪੋਰਟ ਦਾ ਜਿਹੜਾ ਸਟੇਟਸ ਹੈ ਵੀ ਹੁਣ ਸਪਿਡ ਦੇ ਨਾਲ ਹੀ ਚੈੱਕ ਹੁੰਦਾ, ਤੁਸੀਂ ਉਹ ਵੀ ਚੈੱਕ ਕਰ ਸਕਦੇ ਹੋ ਜੀ। ਵੈਬਸਾਈਟ ਦੇ ਉੱਤੇ ਸਿਰਫ ਹੁਣ ਮਿਨਿਸਟਰ dell'interno ਦੀ ਸਵੇਰੇ 7 ਵਜੇ ਤੋਂ ਲੈ ਕੇ ਸ਼ਾਮ ਦੇ 8 ਵਜੇ ਤੱਕ ਉਹਦੇ ਨਾਲ ਹੀ ਤੁਸੀਂ ਸਪੀਡ ਨਾਲ ਹੀ ਐਂਟਰ ਹੋ ਸਕਦੇ ਹੋ। ਨੂਲੇ ਔਸਤਿਆਂ ਬਾਰੇ ਸਾਨੂੰ ਬਹੁਤ ਪੁੱਛਿਆ ਜਾ ਰਿਹਾ ਸੀ ਜੀ ਕਿ ਨੂਲੇ ਔਸਤਿਆਂ ਬਾਰੇ ਕੀ ਹਿਸਾਬ ਵਾ। ਨੂਲੇ ਔਸਤਿਆਂ ਦਾ ਹਿਸਾਬ ਇਸ ਤਰ੍ਹਾਂ ਹੈ ਜੀ। ਨੂਲਾ ਔਸਤਾ ਨੋਰਮਲੀ ਤੌਰ 'ਤੇ ਜਿਸ ਟਾਈਮ ਇਟਲੀ ਦੇ ਵਿੱਚ ਦਿੱਤਾ ਜਾਂਦਾ, ਫਿਰ ਉਹ ਫੈਮਿਲੀ ਲਈ ਹੋਵੇ ਜਾਂ ਫਿਰ ਇੰਡੀਆ ਤੋਂ ਮੰਗਾਉਣ ਲਈ ਜਿਹੜੇ
9 ਮਹੀਨੇ ਦੇ ਬੰਦਿਆਂ ਦੇ ਉਹ ਵਾਲਾ ਹੋਵੇ, ਕਿਸੇ ਵੀ ਪ੍ਰਕਾਰ ਦਾ ਜਿਹੜਾ ਨੂਲਾ ਅਵਸਥਾ ਹੁੰਦਾ ਉਹਦਾ ਜਿਹੜਾ ਟਾਈਮਿੰਗ ਆ 6 ਮਹੀਨਿਆਂ ਦੀ ਹੁੰਦੀ, ਜਿਸ ਟਾਈਮ ਉਹਨੂੰ ਬੰਦੇ ਨੂੰ ਦਿੱਤਾ ਜਾਂਦਾ। ਅਤੇ ਜੇਕਰ ਉਹ ਟਾਈਮਿੰਗ 6 ਮਹੀਨਿਆਂ ਦੇ ਵਿੱਚ ਨਾ ਬੰਦੇ ਕੋ ਹੋਵੇ, ਐਕਸਪਾਇਰ ਹੋ ਜਾਵੇ, ਅਤੇ ਨੋਰਮਲੀ ਤੌਰ 'ਤੇ ਦੋ ਸਿਚੁਏਸ਼ਨਾਂ ਹੁੰਦੀਆਂ। ਇੱਕ ਤਾਂ ਫਿਰ ਸਾਰਾ ਜਿਹੜਾ ਪ੍ਰੋਸੈਸ ਆ ਦੁਬਾਰਾ ਕੀਤਾ ਜਾਵੇ, ਜਾਂ ਫਿਰ ਉਹਨਾਂ ਨੂੰ ਕੋਈ ਠੋਸ ਵਜ੍ਹਾ ਦੱਸੀ ਜਾਵੇ ਜਿਸ ਕਰਕੇ 6 ਮਹੀਨਿਆਂ ਦੇ ਵਿੱਚ ਤੁਹਾਡੇ ਕੋਲ ਅਪਲਾਈ ਨਹੀਂ ਹੋਇਆ। ਇਹਨਾਂ ਦਿਨਾਂ ਦੇ ਵਿੱਚ ਕੋਵਿਡ-19 ਤੋਂ ਵੱਡੀ ਠੋਸ ਵਜ੍ਹਾ ਹੋਰ ਕੋਈ ਵੀ ਨਹੀਂ ਹੋ ਸਕਦੀ। ਜਿਨ੍ਹਾਂ ਵੀ ਬੰਦਿਆਂ ਦੇ ਇੰਡੀਆ ਦੇ ਵਿੱਚ ਫੈਮਿਲੀ ਦੇ ਵੀਜ਼ੇ, ਜਿਹੜਾ ਫੈਮਿਲੀ ਦਾ ਨੂਲਾ ਅਵਸਥਾ ਜਾਂ ਫਿਰ 9 ਮਹੀਨਿਆਂ ਦਾ ਜਿਹੜਾ ਨੂਲਾ ਅਵਸਥਾ ਉਹਦੀ ਐਕਸਪਾਇਰ ਡੇਟ ਲੰਘ ਗਈ ਹੈ, ਤਾਂ ਤੁਸੀਂ ਇੱਥੇ ਇੰਡੀਆ ਦੀ ਜਿਹੜੀ ਇਟਾਲੀਅਨ ਅੰਬੈਸੀ 'ਤੇ ਜਾਣ ਨਾਲੋਂ ਇਟਲੀ ਦਾ ਜਿਹੜਾ ਪ੍ਰੈਫੈਕਟੂਰ ਆ ਇਹਨਾਂ ਦੇ ਕੋਲ, ਜਿਸ ਵੀ ਬੰਦੇ ਨੇ ਨੂਲਾ ਅਵਸਥਾ ਭੇਜਿਆ ਉਹਨੂੰ ਕਹੋ ਕਿ ਉੱਥੇ ਅਪੋਇੰਟਮੈਂਟ ਲੈ ਕੇ ਜਾਣ, ਉਹਨਾਂ ਨੂੰ ਸਿਚੁਏਸ਼ਨ ਦੱਸਣ ਇੰਡੀਆ 'ਚ ਲਾਕਡਾਊਨ ਕਰਕੇ ਨਹੀਂ ਜਾ ਹੋਇਆ, ਕਿਰਪਾ ਕਰਕੇ ਉਹ ਜਿਹੜੀ ਨੂਲੇ ਅਵਸਥੇ ਦੀ ਤਰੀਕ ਉਹਨੂੰ ਵਧਾ ਦੇਣ। ਉਹਨਾਂ ਦਾ ਕੋਈ ਕੰਮ ਨਹੀਂ ਜੀ, ਉਹਨਾਂ ਨੇ 2 ਮੋਹਰਾਂ ਲਾਣੀਆਂ ਅਤੇ ਉਹ ਵਧਾ ਸਕਦੇ ਆ। ਸਭ ਕੁਛ ਪ੍ਰੈਫੈਕਟੂਰੇ ਦੇ ਹੱਥ ਵਿੱਚ ਹੁੰਦਾ। ਅਤੇ ਜੇਕਰ ਤੁਸੀਂ ਇੰਡੀਆ ਦੀ ਅੰਬੈਸੀ ਦੇ ਥਰੂ ਕਰਦੇ, ਇੰਡੀਆ ਦੇ ਵਿੱਚ ਇਟਾਲੀਅਨ ਅੰਬੈਸੀ ਦੇ ਥਰੂ ਕਰਦੇ, ਤਾਂ ਪ੍ਰੋਸੈਸ ਥੋੜ੍ਹਾ ਜਿਹਾ ਲੰਬਾ ਹੋ ਸਕਦਾ। ਇਹ ਹੈ ਜੀ ਨੂਲੇ ਅਵਸਥਿਆਂ ਬਾਰੇ ਜਿਹੜੇ ਐਕਸਪਾਇਰ ਹੋ ਰਹੇ। ਅਤੇ ਜੋ ਬੋਨਸ 300 ਬਾਰੇ ਉਹਦੇ ਅਸੀਂ ਅੱਗੇ ਗੱਲ ਕਰਾਂਗੇ, ਪਰ ਉਸ ਤੋਂ ਜਾਣ ਤੋਂ ਪਹਿਲਾਂ ਅਸੀਂ ਅੱਜ ਦੀਆਂ ਜਿਹੜੀਆਂ ਮੇਨ ਖਬਰਾਂ, ਖਾਸ ਖਬਰਾਂ, ਉਹਨਾਂ ਵੱਲ ਇੱਕ ਨਜ਼ਰ ਮਾਰਦੇ ਹਾਂ ਜੀ। ਹੁਣ ਆਪਣੇ ਸਭ ਤੋਂ ਪਹਿਲੇ ਅਪਡੇਟ ਵੱਲ ਜਾਂਦੇ ਜੋ ਕਿ ਨਾਪਲੀ ਤੋਂ ਆ ਰਿਹਾ ਜੀ। ਉੱਥੇ ਇੱਕ 7 ਸਾਲ ਦੀ ਬੱਚੀ ਪੋਜ਼ਿਟਿਵ ਪਾਈ ਗਈ ਹੈ ਜੀ। ਅਤੇ ਇਹ ਜੋ ਪੋਜ਼ਿਟਿਵ ਪਾਈ ਗਈ, ਜਿਹੜਾ ਨਵਾਂ ਕੇਸ ਸਾਹਮਣੇ ਆਇਆ ਜੀ, ਇਹ ਕਸਤਲਮਾਰੇ ਦੀ ਸਤਾਬੀਆ ਨਾਪਲੇਤਾਨੋ ਨਾਪਲੀ ਦੇ ਵਿੱਚ ਆਇਆ ਗਿਆ ਜੀ। ਤਕਰੀਬਨ 3 ਬੰਦੇ ਅਤੇ 3 ਔਰਤਾਂ ਜਿਹੜੀਆਂ ਪੋਜ਼ਿਟਿਵ ਨਵੇਂ ਪਾਏ ਗਏ ਨੇ। ਉਹਨਾਂ ਦੇ ਨਾਪਲੀ ਦਾ ਜਿਹੜਾ ਆਜ਼ਲ, ਉਹਨਾਂ ਨੇ ਦੱਸਿਆ ਕਿ ਆਪਸ ਵਿੱਚ ਇਹਨਾਂ ਦੀ ਕੋਈ ਰਿਸ਼ਤੇਦਾਰੀ ਨਹੀਂ, ਕਿਸੇ ਨੂੰ ਵੀ ਕੋਈ ਵੀ ਜਾਣਦਾ ਨਹੀਂ ਹੈਗਾ। ਅਤੇ ਇੱਕ ਹੋਰ ਅਪਡੇਟ ਆ ਰਿਹਾ ਸਰਦੇਨੀਆ ਤੋਂ। ਅਸੀਂ ਲਾਸਟਲੇ ਦਿਨਾਂ ਦੇ ਵਿੱਚ ਸਰਦੇਨੀਆ ਬਾਰੇ ਬਹੁਤ ਹੀ ਚਰਚਾ ਵਿੱਚ ਅਸੀਂ ਗੱਲ ਕਰਦੇ ਰਹੇ ਹਾਂ ਜੀ। ਸਰਦੇਨੀਆ ਤੋਂ ਜਿਹੜਾ ਇੱਕ ਅਪਡੇਟ ਆ ਜੀ, ਉਹਦੇ ਹਿਸਾਬ ਦੇ ਨਾਲ ਇੱਕ ਬੰਦਾ ਲੋਕਾਲੇ ਦੇ ਵਿੱਚ ਕੰਮ ਕਰਦਾ ਸੀ, ਕੋਸਤਾ ਸਮੇਰਾਲਦਾ 'ਚ। ਰਾਤ ਜਿਹੜਾ ਨਾਈਟ ਕਲੱਬ ਅਸੀਂ ਉਹਨੂੰ ਕਹਿ ਸਕਦੇ, ਜਿਹੜੇ ਰਾਤ ਨੂੰ ਨੱਚਣ ਟੱਪਣ ਵਾਲੇ ਕਲੱਬ ਹੁੰਦੇ ਨੇ, ਉਹਨਾਂ ਦੇ ਵਿੱਚ ਕੰਮ ਕਰ ਰਿਹਾ ਸੀ। ਉਹਦੀ ਮੌਤ ਹੋ ਚੁੱਕੀ ਹੈ ਜੀ। ਮੌਤ ਹੋਣ ਦਾ ਕਾਰਨ ਕੋਈ ਹੋਰ ਨਹੀਂ, ਇਹੀ ਕੋਵਿਡ-19 ਹੀ ਹੈ। ਲੋਂਬਰਦੀ ਦੇ ਵਿੱਚ 271 ਕੇਸ ਲਾਸਟਲੇ 24 ਘੰਟਿਆਂ ਦੇ ਵਿੱਚ ਆਏ ਨੇ। ਆਪਾਂ ਇਹ ਡਿਟੇਲ ਦੇ ਵਿੱਚ ਬਾਅਦ ਵਿੱਚ ਦੇਖਦੇ ਹਾਂ ਕਿਸ ਏਰੀਏ ਦੇ ਵਿੱਚ ਕਿੰਨੇ ਕੇਸ ਆਏ ਨੇ। ਅਤੇ ਆਪਣੇ ਲਾਤਸੀਓ ਦੇ ਵਿੱਚ 129 ਨਵਾਂ ਕੇਸ ਸਾਹਮਣੇ ਆਇਆ ਜੀ। ਅਤੇ ਉਸ ਤੋਂ ਬਾਅਦ ਪੂਲੀਆ ਦੇ ਵਿੱਚ ਵੀ 143 ਨਵੇਂ ਕੇਸ ਆਏ ਨੇ। ਤਕਰੀਬਨ 3590 ਟੈਸਟ ਕੀਤਾ ਗਿਆ ਅਤੇ ਇਹਨਾਂ ਦੇ ਵਿੱਚੋਂ 143 ਜਿਹੜਾ ਪੋਜ਼ੀਟਿਵ ਕੇਸ ਸਾਹਮਣੇ ਆ ਗਿਆ ਜੀ। ਅਤੇ ਇਸ ਰੇਸ ਦੇ ਵਿੱਚ ਜੇਕਰ ਅਸੀਂ ਦੇਖੀਏ, ਰੇਸ ਕਹਿ ਲਈਏ ਜਾਂ ਫਿਰ ਇਹ ਦੇਖੀਏ ਵੀ ਕਿਹਨਾਂ ਦੇ ਕੇਸ ਜ਼ਿਆਦਾ ਨਿਕਲ ਰਹੇ ਨੇ ਜੀ। ਕੰਪਾਨੀਆਂ ਦੇ ਵਿੱਚ 7900 ਟੈਸਟ ਕੀਤਾ ਗਿਆ ਜੀ, ਜਿਹਦੇ ਵਿੱਚੋਂ 249 ਜਿਹੜੇ ਪੋਜ਼ੀਟਿਵ ਨਿਕਲਿਆ ਜੀ। ਅਤੇ ਇਹਦੇ ਨਾਲ ਆਪਾਂ ਬਾਅਦ ਵਿੱਚ ਦੇਖਦੇ ਹਾਂ ਜੀ ਕਿਸ ਏਰੀਏ ਦੇ ਵਿੱਚ ਸਭ ਤੋਂ ਜ਼ਿਆਦਾ ਚਾਂਸ ਆ ਰਹੇ ਆ, ਸਭ ਤੋਂ ਜ਼ਿਆਦਾ ਕੇਸ ਆਏ ਨੇ। ਸਟੇਟ ਬਾਈ ਅਸੀਂ ਚੈੱਕ ਕਰਾਂਗੇ। ਅਤੇ ਉਸ ਤੋਂ ਬਾਅਦ ਜੀ ਜਿਹੜਾ ਸਟ੍ਰਾਸਬੁਰਗ ਆ, ਉਹਨਾਂ ਨੇ ਉਹਨੂੰ ਆਪਣੇ ਸਟ੍ਰਾਸਬੁਰਗ ਨੂੰ ਜ਼ੋਨਾ ਰੋਸਾ ਡਿਕਲੇਅਰ ਕਰ ਦਿੱਤਾ ਗਿਆ ਜੀ। ਉਹਨੂੰ ਰੈੱਡ ਜ਼ੋਨ ਡਿਕਲੇਅਰ ਕਰ ਦਿੱਤਾ ਗਿਆ ਜੀ। ਅਤੇ ਇਹ ਜਿਹੜਾ ਰੈੱਡ ਜ਼ੋਨ ਡਿਕਲੇਅਰ ਕੀਤਾ ਗਿਆ, ਇਹਦਾ ਮਤਲਬ ਇਹ ਹੁੰਦਾ ਜੀ, ਇੱਕ ਕਿਸਮ ਨਾਲ ਲੋਕਡਾਊਨ ਵਾਲਾ ਹੀ ਹਿਸਾਬ ਹੁੰਦਾ। ਕਿਸੇ ਪਿੰਡ ਨੂੰ, ਸ਼ਹਿਰ ਨੂੰ ਅਗਰ ਰੈੱਡ ਅਲਰਟ, ਰੈੱਡ ਜ਼ੋਨ ਕਰ ਦਿੱਤਾ ਜਾਵੇ ਤਾਂ ਉਹਦੇ ਵਿੱਚੋਂ ਕੋਈ ਵੀ ਬੰਦਾ ਅੰਦਰ ਜਾਂ ਫਿਰ ਬਾਹਰ ਨੂੰ ਨਹੀਂ ਜਾ ਸਕਦਾ। ਅਤੇ ਉਸ ਤੋਂ ਬਾਅਦ ਇੱਕ ਹੋਰ ਅਪਡੇਟ ਆ ਰਿਹਾ ਜੀ, ਜੋ ਕਿ ਇਟਲੀ ਤੋਂ ਹੀ ਹੈ। ਫਿਲਹਾਲ ਜੋ ਪਲੈਰਮੋ ਦੇ ਵਿੱਚ ਹੈ, ਪਲੈਰਮੋ ਦੇ ਵਿੱਚ ਇੱਕ ਅਜਿੰਦਾ ਰਿਫਿਊਟੀ ਹੈ ਜੀ। ਅਜਿੰਦਾ ਰਿਫਿਊਟੀ ਕਿਹੜੇ ਹੁੰਦੇ, ਜਿਹੜੇ ਕੂੜਾ ਕਰਕਟ ਜਿੱਥੇ ਜਾਂਦਾ ਉੱਥੇ ਜਿਹੜੇ ਕੰਮ ਕਰਦੇ ਹੁੰਦੇ ਨੇ। ਉਹਦੇ ਵਿੱਚ ਵੀ ਇੱਕ ਫੋਕੋਲਾਈਓ ਲੱਭਿਆ ਗਿਆ ਜੀ। ਜਿਹਦੇ ਫੋਕੋਲਾਈਓ ਕਹਿਣ ਦਾ ਮਤਲਬ ਉੱਥੇ ਵੀ ਤਕਰੀਬਨ 12 ਬੰਦੇ ਪੋਜ਼ੀਟਿਵ ਪਾਏ ਗਏ ਨੇ। ਜੇ ਕੋਈ ਫੈਕਟਰੀ ਆ ਜਾਂ ਫਿਰ ਕੋਈ ਇੱਦਾਂ ਦੀ ਜਗ੍ਹਾ ਜਿਹਦੇ ਵਿੱਚ 2 ਜਾਂ 2 ਤੋਂ ਵੱਧ ਬੰਦੇ ਕੰਮ ਕਰਦੇ ਨੇ, 10 ਬੰਦੇ ਕੰਮ ਕਰਦੇ ਨੇ, 20 ਕੰਮ ਕਰਦੇ ਨੇ, ਉਹਨਾਂ ਦੇ ਵਿੱਚ ਜੇਕਰ ਇੱਕ ਬੰਦਾ ਵੀ ਪੋਜ਼ੀਟਿਵ ਪਾਇਆ ਜਾਵੇ, 2 ਬੰਦੇ ਵੀ ਪੋਜ਼ੀਟਿਵ ਪਾਏ ਜਾਣ, ਤਾਂ ਉਹਨਾਂ ਨੂੰ ਫੋਕੋਲਾਈਓ ਦਾ ਹੀ ਨਾਂ ਦਿੱਤਾ ਜਾਂਦਾ ਕਿ ਉਹ ਵੀ ਇੱਕ ਆਲਣਾ ਹੈ ਜੀ, ਜਿੱਥੇ ਇਹ ਵਾਇਰਸ ਪੈਦਾ ਹੁੰਦਾ, ਜੰਮਿਆ ਪਲਿਆ, ਇਸ ਕਰਕੇ ਉਹਨੂੰ ਫੋਕੋਲਾਈਓ ਕਿਹਾ ਜਾਂਦਾ ਜੀ। ਪਲੈਰਮੋ ਦੇ ਵਿੱਚ ਰਕੌਲਤਾ ਜਿਹੜਾ ਬਲੌਕ ਕਰ ਦਿੱਤਾ ਗਿਆ। ਰਕੌਲਤਾ ਕੀ ਹੁੰਦਾ, ਜਿਹੜਾ ਕੂੜਾ ਕਰਕਟ ਚੱਕਦੇ ਆ ਜੀ, ਉਹਨੂੰ ਫਿਲਹਾਲ ਸਸਪੈਂਡ ਕਰ ਦਿੱਤਾ ਗਿਆ ਜੀ, ਬੰਦ ਕਰ ਦਿੱਤਾ ਗਿਆ, ਕਿਉਂਕਿ 12 ਬੰਦੇ ਪੋਜ਼ੀਟਿਵ ਨਿਕਲੇ ਨੇ ਜੀ, ਜਿਨ੍ਹਾਂ ਦੇ ਵਿੱਚ ਉਹਨਾਂ ਦਾ ਮੇਨ ਇੰਚਾਰਜ ਵੀ ਸੀਗੇ ਅਤੇ ਮੂਹਰੇ ਜਿਹੜੇ ਕੰਮ ਕਰਨ ਵਾਲੇ ਸੀਗੇ। ਅਤੇ ਹੁਣ ਕਿੰਨੇ ਟਾਈਮ ਦੇ ਲਈ ਇਹ ਬੰਦ ਕਰਦੇ ਆ ਜੀ,
ਕੂੜੇ ਨੂੰ ਚੱਕਣਾ ਇਹ ਆਉਣ ਵਾਲੇ ਦਿਨਾਂ ਦੇ ਵਿੱਚ ਸਾਹਮਣੇ ਆਊਗਾ। ਪਰ ਵੇਨੇਤੋ ਦੇ ਵਿੱਚ 105 ਨਵੇਂ ਕੇਸ ਆਏ ਨੇ ਅਤੇ 2 ਜਿਹੜੀਆਂ ਮੌਤਾਂ ਹੋਈਆਂ ਨੇ ਡਿਟੇਲ ਦੇ ਵਿੱਚ ਅਸੀਂ ਦੇਖਦੇ ਹਾਂ। ਪਰ ਜੇ ਅਸੀਂ ਗੱਲ ਨਾਲ ਦੀਆਂ ਕੰਟਰੀਆਂ ਦੀ ਕਰੀਏ ਤਾਂ ਹਾਲੈਂਡ ਦੇ ਵਿੱਚ 5427 ਕੇਸ ਲਾਸਟਲੇ 2 ਦਿਨਾਂ ਦੇ ਵਿੱਚ ਸਾਹਮਣੇ ਆਏ ਨੇ। ਅਤੇ ਸਕੂਲਾਂ ਬਾਰੇ ਗੱਲ ਕਰੀ ਤਾਂ ਇੱਕ ਹੋਰ ਸਕੂਲ ਦੇ ਅੱਜ ਅਸੀਂ ਸਵੇਰੇ ਇੱਕ ਅਪਡੇਟ ਪੜ੍ਹ ਰਹੇ ਸੀ, ਇੱਕ ਹੋਰ ਸਕੂਲ ਦਾ ਬੱਚਾ ਸੀ ਜੋ ਕਿ ਪੋਜ਼ੀਟਿਵ ਆਇਆ ਜੀ। ਇਹਦੇ ਬਾਰੇ ਤੁਸੀਂ ਸਾਨੂੰ ਕਮੈਂਟ ਵਿੱਚ ਜ਼ਰੂਰ ਦੱਸਿਓ ਕਿ ਸਰਕਾਰ ਫਿਰ ਵੀ ਲਗਾਤਾਰ ਪ੍ਰੈਸ ਕਰ ਰਹੀ ਹੈ ਕਿ ਜਿਹੜੇ ਬੱਚਿਆਂ ਨੂੰ ਸਕੂਲ ਭੇਜਣਾ ਚਾਹੀਦਾ, ਪਰ ਜਿਹੜੇ ਬੱਚੇ ਨੇ ਹਜੇ ਫਿਲਹਾਲ ਪੋਜ਼ੀਟਿਵ ਆਈ ਜਾ ਰਹੇ ਨੇ। ਅਤੇ ਜੇਕਰ ਅਸੀਂ ਗੱਲ ਕਰੀਏ ਇਜ਼ਰਾਈਲ ਦੀ, ਤਾਂ ਇਜ਼ਰਾਈਲ ਦੇ ਵਿੱਚ ਹੁਣ ਜੀ ਅੱਗੇ ਤੋਂ ਕੀ ਹੋ ਰਿਹਾ ਜੀ, ਕਰਫਿਊ ਦਾ ਮਾਹੌਲ ਪੈਦਾ ਹੋ ਗਿਆ ਜੀ। ਕਰਫਿਊ ਲੱਗ ਗਿਆ ਜੀ। ਸ਼ਾਮ ਦੇ 7 ਵਜੇ ਤੋਂ ਲੈ ਕੇ ਸਵੇਰ ਦੇ 5 ਵਜੇ ਤੱਕ ਕੋਈ ਵੀ ਬੰਦਾ ਘਰਾਂ ਦੇ ਵਿੱਚੋਂ ਨਹੀਂ ਨਿਕਲਣਾ ਚਾਹੀਦਾ। ਤਕਰੀਬਨ 40 ਸ਼ਹਿਰਾਂ ਦੇ ਵਿੱਚ ਇਹ ਕਰਫਿਊ ਲੱਗਾ ਜੀ। ਅਤੇ ਬਾਕੀ ਆਉਣ ਵਾਲੇ ਦਿਨਾਂ ਦੇ ਵਿੱਚ ਪਤਾ ਲੱਗ ਜਾਣਾ ਕੀ ਹਿਸਾਬ ਕਿਤਾਬ ਹੁੰਦਾ, ਕਿੰਨੇ ਦਿਨ ਲਈ ਹੁੰਦਾ ਅਤੇ ਉਹਦਾ ਫਾਇਦਾ ਕੀ ਹੁੰਦਾ। ਪਰ ਜਿਹੜੀ WHO ਵੀ ਕਹਿ ਰਹੀ ਹੈ ਕਿ ਲੋਕਡਾਊਨ ਕਰਨ ਦਾ ਕੋਈ ਵੀ ਫਾਇਦਾ ਨਹੀਂ ਹੁੰਦਾ, ਕਿਉਂਕਿ ਲੋਕਡਾਊਨ ਕਰਨ ਦੇ ਨਾਲ ਜਿਹੜਾ ਬੰਦਾ ਪੋਜ਼ੀਟਿਵ ਹੁੰਦਾ ਆਪਣੇ ਘਰ ਦੇ ਵਿੱਚ ਬਲੌਕ ਹੋ ਜਾਂਦਾ ਅਤੇ ਉਹਦਾ ਪਤਾ ਲੱਗਣਾ ਮੁਸ਼ਕਿਲ ਹੋ ਜਾਂਦਾ ਜੀ। ਕਰੇਮਨ ਦੇ ਵਿੱਚ ਇੱਕ ਅਜ਼ੀਲੋ ਦੇ ਵਿੱਚ ਇੱਕ ਸਸਪੈਕਟ ਕੇਸ ਸਾਹਮਣੇ ਆਇਆ ਜੀ। ਉਹਦੀ ਰਿਪੋਰਟ ਆਉਣ ਵਾਲੀ ਹੈ। ਕਿਸੇ ਅਖਬਾਰ ਨੇ ਤਾਂ ਉਹਨੂੰ ਡਿਕਲੇਅਰ ਕਰ ਦਿੱਤਾ ਕਿ ਉਹ ਪੋਜ਼ੀਟਿਵ ਆ, ਪਰ ਜੋ ਅਸੀਂ ਅਖਬਾਰ ਇਸ ਟਾਈਮ ਪੜ੍ਹ ਰਹੇ ਹਾਂ ਉਹਦੇ ਵਿੱਚ ਦੱਸਿਆ ਜੀ ਸਸਪੈਕਟ ਰਿਪੋਰਟ ਆਉਣ ਵਾਲੀ ਆ। ਅਜ਼ੀਲੋ ਨੀਨੋ ਦੇ ਵਿੱਚ ਇਹ ਬੱਚੀ ਪੜ੍ਹ ਰਹੀ ਆ ਜਿਹਨੂੰ ਪੋਜ਼ੀਟਿਵ ਹੋ ਗਈ ਆ, ਅਤੇ ਉਸ ਹਿਸਾਬ ਦੇ ਨਾਲ ਸਾਰੀ ਜਿਹੜੀ ਕਲਾਸ ਆ ਉਹਨੂੰ ਕੁਆਰੰਟਾਈਨ ਕਰ ਦਿੱਤਾ ਗਿਆ ਜੀ। ਮੱਤੇਓ ਸਲਵੀਨੀ ਜੀ ਹਰ ਉਹ ਮੁਮਕਿਨ ਕੋਸ਼ਿਸ਼ ਕਰ ਰਹੇ ਨੇ ਕਿ ਇਹਨਾਂ ਦਿਨਾਂ ਦੇ ਵਿੱਚ ਲੋਕਾਂ ਦੀਆਂ ਨਜ਼ਰਾਂ ਦੇ ਵਿੱਚ ਰਹਿਣ, ਕਿਉਂਕਿ ਇੱਕ ਅਸੂਲ ਆ, ਇੱਕ ਪਬਲਿਸਿਟੀ ਦਾ ਅਸੂਲ ਆ ਕਿ ਜੋ ਦਿਖਤਾ ਹੈ ਵਹੀ ਵਿਕਤਾ ਹੈ। ਅਤੇ ਇਸ ਹਿਸਾਬ ਦੇ ਨਾਲ ਹੁਣ ਵੋਟਾਂ ਪੈਣ ਵਾਲੀਆਂ, ਇਸ ਕਰਕੇ ਕਿਸੇ ਨਾ ਕਿਸੇ ਗੱਲ ਕਰਕੇ ਕਿਸੇ ਨਾ ਕਿਸੇ ਕੰਮ ਕਰਕੇ ਮੋਹਰੇ ਆ ਰਹੇ ਨੇ। ਅਤੇ ਸਰਕਾਰ ਕਹਿ ਰਹੀ ਹੈ ਜੀ ਕਿ ਡਿਸਕੋਟੇਕੇ ਹੋ ਗਏ, ਪੱਬ ਹੋ ਗਏ, ਨੱਚਣ ਟੱਪਣ ਦੀਆਂ ਜਗ੍ਹਾ ਹੋ ਗਈਆਂ ਜਾਂ ਫਿਰ ਸਟੇਡੀਅਮ ਹੋ ਗਏ, ਇਹ ਐਸੀਆਂ ਜਗ੍ਹਾਵਾਂ ਨੇ ਜਿਨ੍ਹਾਂ ਦੇ ਉੱਤੇ ਜ਼ਿਆਦਾ ਖਤਰਾ ਹੁੰਦਾ ਜੀ ਕੇਸ ਵਧਣ ਦਾ, ਇਸ ਕਰਕੇ ਇਹਨਾਂ ਨੂੰ ਬੰਦ ਰੱਖਣਾ ਚਾਹੀਦਾ। ਅਤੇ ਆਪਣੇ ਜੋ ਕਿ ਮਾਨਨੀय ਸ਼੍ਰੀ ਸਲਵੀਨੀ ਜੀ ਨੇ, ਮੱਤੇਓ ਸਲਵੀਨੀ ਜੀ ਨੇ ਇਹ ਕਹਿ ਰਹੇ ਨੇ ਜੀ ਕਿ ਨਹੀਂ, ਘੱਟ ਤੋਂ ਘੱਟ 5-10 ਹਜ਼ਾਰ ਬੰਦਿਆਂ ਲਈ ਤਾਂ ਜਗ੍ਹਾ ਛੱਡਣੀ ਚਾਹੀਦੀ ਹੈ। ਕਿਉਂ ਅਸਲ 'ਚ ਸਾਰੀਆਂ ਗੱਲਾਂ ਕਿਉਂ ਕਹਿ ਰਹੇ ਨੇ? ਤਾਂ ਕਹਿ ਰਹੇ ਨੇ ਨੋਰਮਲ ਜਿਹੀ ਗੱਲ ਆ ਕਿ ਜੇ 5-10 ਹਜ਼ਾਰ ਬੰਦਿਆਂ ਲਈ ਹਾਮੀ ਭਰ ਰਹੇ ਨੇ ਕਿ ਉਹ 5-10 ਹਜ਼ਾਰ ਕਿਸੇ ਨਾ ਕਿਸੇ ਟੀਮ ਦੇ ਜ਼ਰੂਰ ਕੱਟੜ ਫੈਨ ਹੋਣਗੇ, ਤਾਂ ਇਸ ਕਰਕੇ ਸ਼ਾਇਦ ਹੋ ਸਕਦਾ ਕਿ ਇਹ ਜਿਹੜੇ ਵੋਟਾਂ ਇਹਨੂੰ ਪਾਉਣ, ਕਿਉਂਕਿ ਉਹਨਾਂ ਨੇ ਇਹ ਸੋਚਣਾ ਕਿ ਸ਼ਾਇਦ ਇਹਨਾਂ ਦੇ ਕਰਕੇ ਇਹਨਾਂ ਨੂੰ ਅਸੀਂ ਜਿਤਾਈਏ ਤਾਂ ਇਹ ਜਿਹੜਾ ਮੂਹਰੇ ਜਾ ਕੇ ਜਿਹੜੇ ਸਟੇਡੀਅਮ ਉਹਨਾਂ ਨੂੰ ਖੋਲ੍ਹ ਸਕਦੇ ਆ। ਇਹ ਖੋਲ੍ਹਣਾ ਨਾ ਖੋਲ੍ਹਣਾ ਸਰਕਾਰ ਦੀ ਜੋ ਗੱਲ ਆ, ਤੁਹਾਨੂੰ ਕਿਸ ਹਿਸਾਬ ਦੇ ਨਾਲ ਆਉਂਦੀ ਹੈ, ਸਹੀ ਹੈ ਜਾਂ ਫਿਰ ਗਲਤ ਆ। ਰਸ਼ੀਆ ਦੇ ਵਿੱਚ 5099 ਨਵਾਂ ਲਾਸਟਲੇ 24 ਘੰਟਿਆਂ ਦੇ ਵਿੱਚ ਕੇਸ ਸਾਹਮਣੇ ਆਇਆ ਜੀ। ਅਤੇ ਇੱਕ ਹੋਰ ਅਪਡੇਟ ਆ ਜੋ ਕਿ ਸਵੇਰ ਦਾ ਹੀ ਆਇਆ ਹੋਇਆ, ਬਾਰੀ ਤੋਂ ਆਇਆ। ਜਿਹੜੇ 78 ਬੰਦੇ ਜਿਹੜੇ ਕਰਮਚਾਰੀ ਨੇ ਪੋਜ਼ੀਟਿਵ ਨਿਕਲੇ ਨੇ ਬਾਰੀ ਦੇ ਵਿੱਚ। ਪਿੰਡ ਦਾ ਨਾਮ ਆ ਜੀ ਪੋਲੀਨਿਆਨੋ ਆਮਾਰ। ਇਹਦੇ ਵਿੱਚ 78 ਇੱਕ ਫੈਕਟਰੀ ਦੇ ਵਿੱਚ, ਇੱਕ ਅਜਿੰਦੇ ਦੇ ਵਿੱਚ ਪੋਜ਼ੀਟਿਵ ਨਿਕਲੇ ਨੇ, ਜੋ ਕਿ ਔਰਤੋ ਫਰੂਤੀ ਕੋਲਾ ਦਾ ਕੰਮ ਕਰਦੇ, ਸਬਜ਼ੀਆਂ ਅਤੇ ਫਰੂਟ ਦਾ ਕੰਮ ਚੱਲ ਰਿਹਾ ਜੀ। ਅਸੀਂ ਟਾਈਟਲ ਦੇ ਵਿੱਚ ਲਿਖ ਕੇ ਕਿਸੇ ਨੂੰ ਵੀ ਡਰਾਉਣਾ ਨਹੀਂ ਚਾਹਿਆ, ਅਤੇ ਇਹਦੇ ਨਾਲ ਹੋ ਸਕਦਾ ਜਾਂਚ ਪੜਤਾਲ ਹੋਵੇ ਜਿੰਨੇ ਵੀ ਉਹਨਾਂ ਨੇ ਪੈਕਿੰਗ ਕੀਤੀ ਹੈ। ਅਤੇ ਜੇਕਰ ਇੱਦਾਂ ਦੀ ਗੱਲਬਾਤ ਹੋਈ ਤਾਂ ਸ਼ਾਇਦ ਜਿੰਨਾ ਵੀ ਉਹਨਾਂ ਨੇ ਸਮਾਨ ਭੇਜਿਆ ਉਹਨਾਂ ਨੂੰ ਵਾਪਸ ਬੁਲਾਇਆ ਜਾਏਗਾ, ਪਰ ਫਿਲਹਾਲ ਇਹਦੇ ਬਾਰੇ ਕੋਈ ਵੀ ਗੱਲ ਨਹੀਂ ਕੀਤੀ ਗਈ। ਹਾਂਜੀ, ਉਹਨਾਂ ਨੇ ਫਿਲਹਾਲ ਜਿੰਨੇ ਵੀ ਬੰਦੇ ਹੈਗੇ ਸਾਰਿਆਂ ਨੂੰ ਕੁਆਰੰਟਾਈਨ ਜ਼ਰੂਰ ਕਰ ਦਿੱਤਾ ਜੀ। ਅਤੇ ਥੋੜ੍ਹੇ ਜਿਹੇ ਮਾਹੌਲ ਇੱਥੇ ਇਟਲੀ ਦੇ ਵਿੱਚ ਖ਼ਰਾਬ ਹੋ ਰਹੇ ਨੇ ਕਿਸ ਹਿਸਾਬ ਦੇ ਨਾਲ ਕਿ ਲੋਕ ਥੱਕ ਗਏ ਨੇ। ਕਈ ਪਾਸੇ ਇੱਦਾਂ ਸੀ ਬਹੁਤ। ਫਰਾਂਸ ਦੇ ਵਿੱਚ ਅਸੀਂ ਸੁਣਿਆ ਸੀ ਕਿ ਇੱਕ ਬਾਹਰ ਵਾਲੇ ਬੰਦੇ ਨੇ ਕਿਹਾ ਸੀ ਕਿ ਮੂੰਹ 'ਤੇ ਮਾਸਕ ਲਾ ਲਓ, ਤਾਂ ਕਲਾਇੰਟ ਨੇ ਉਹਦੇ ਮੂੰਹ 'ਤੇ ਮੁੱਕਾ ਮਾਰਿਆ ਸੀ। ਇੱਦਾਂ ਦਾ ਹੀ ਇੱਕ ਕੇਸ ਫੌਜਾਂ ਦੇ ਵਿੱਚ ਵੀ ਸਾਹਮਣੇ ਆਇਆ, ਜਿੱਥੇ ਇੱਕ ਨੌਜਵਾਨ ਨੂੰ, ਇੱਕ ਬੰਦੇ ਨੂੰ, ਇੱਕ ਔਰਤ ਨੇ ਕਿਹਾ ਕਿ ਆਪਣੇ ਮੂੰਹ 'ਤੇ ਮਾਸਕ ਲਾ ਲਾ, ਤੂੰ ਬਿਨਾਂ ਮਾਸਕ ਤੋਂ ਘੁੰਮ ਰਿਹਾ। ਪਰ ਉਸ ਔਰਤ ਨੂੰ ਘਸੋਣ ਨੂੰ ਮੁੱਕਿਆਂ ਦੇ ਨਾਲ ਕੁੱਟਿਆ ਗਿਆ ਸਵੇਰ ਦੇ 10:30 ਵਜੇ, ਜੋ ਕਿ ਫੌਜਾਂ ਦੇ ਵਿੱਚ ਆਉਂਦਾ ਜੀ। ਉਸ ਨੇ ਨਾਲ ਹੀ ਉਸੇ ਟਾਈਮ ਪੁਲਿਸ ਨੂੰ ਫੋਨ ਕਰਤਾ, ਆਪਣੀ ਐਂਬੂਲੈਂਸ ਨੂੰ ਫੋਨ ਕਰਤਾ, ਅਤੇ ਪੁਲਿਸ ਨੇ ਪਹੁੰਚ ਕੇ ਉਸ ਬੰਦੇ ਨੂੰ ਫੜ ਲਿਆ ਅਤੇ ਕਜ਼ੈਰਮੇ ਦੇ ਵਿੱਚ ਪੁਲਿਸ ਸਟੇਸ਼ਨ ਦੇ ਵਿੱਚ ਲੈ ਗਏ ਨੇ। ਜਾਂਚ ਪੜਤਾਲ ਹੁਣ ਚੱਲ ਰਹੀ ਹੈ ਜੀ। ਅੱਛਾ, ਇੱਕ ਹੋਰ ਗੱਲ, ਫਰਾਂਸ ਨੇ ਸੁਣਨ ਵਿੱਚ ਖਬਰਾਂ ਦੇ ਵਿੱਚ ਆ ਰਿਹਾ ਜੀ ਕਿ ਫਰਾਂਸ ਨੇ ਜਿਹੜਾ ਆਪਣਾ ਕੁਆਰੰਟਾਈਨ ਦਾ ਟਾਈਮ ਆ
ਉਸ ਕੁਆਰੰਟਾਈਨ ਦੇ ਟਾਈਮ ਨੂੰ 14 ਦਿਨਾਂ ਤੋਂ ਕੱਟ ਕੇ 7 ਦਿਨਾਂ ਦਾ ਕਰ ਦਿੱਤਾ। ਤੁਹਾਨੂੰ ਸਾਰਿਆਂ ਨੂੰ ਪਤਾ ਕਿ ਸਾਰੀ ਦੁਨੀਆ ਦੇ ਵਿੱਚ ਕਿਸੇ ਵੀ ਪਾਸੇ ਕੁਆਰੰਟਾਈਨ ਕੀਤਾ ਜਾਂਦਾ, ਕਿਸੇ ਨੂੰ ਵੀ ਕੁਆਰੰਟਾਈਨ ਕੀਤਾ ਜਾਂਦਾ ਤਾਂ ਉਹ 14 ਦਿਨਾਂ ਲਈ ਕੀਤਾ ਜਾਂਦਾ, 2 ਹਫ਼ਤਿਆਂ ਲਈ। ਪਰ ਫਰਾਂਸ ਕਹਿ ਰਿਹਾ ਜੀ ਮੈਂ 1 ਹਫ਼ਤੇ ਲਈ ਕਰਨਾ। ਅਤੇ ਜਿਹੜੇ ਇਟਲੀ ਦੇ ਵਾਈਸ ਮਿਨਿਸਟਰ ਨੇ ਸਿਲੇਰੀ, ਜਿਨ੍ਹਾਂ ਦਾ ਨਾਮ ਹੈ ਜੀ, ਉਹ ਕਹਿ ਰਹੇ ਨੇ ਫਰਾਂਸ ਕਰ ਸਕਦਾ, ਜਰਮਨ ਕਰ ਸਕਦਾ, ਜਿਹੜੀ ਮਰਜ਼ੀ ਦੁਨੀਆ ਕਰ ਸਕਦੀ ਹੈ। ਉਹਨਾਂ ਦਾ ਨਾਮ ਹੈ ਜੀ ਪੀਅਰ ਪਾਓਲੋ ਸਿਲੇਰੀ। ਉਹ ਕਹਿ ਰਹੇ ਨੇ ਜਿੰਨਾ ਟਾਈਮ ਸਾਡੇ ਕੋਲ ਕੋਈ ਠੋਸ ਸਾਇੰਟੀਫਿਕ ਪ੍ਰੂਫ ਨਹੀਂ ਆਉਂਦਾ ਕਿ 7 ਦਿਨਾਂ ਦਾ ਜਿਹੜਾ ਇਹ ਕੁਆਰੰਟਾਈਨ ਆ ਪੂਰਾ ਹੁੰਦਾ, ਇਸ ਤੋਂ ਵੱਧ ਕਰਨ ਦੀ ਲੋੜ ਨਹੀਂ ਹੈ, ਉਨਾ ਟਾਈਮ ਅਸੀਂ 14 ਦਿਨਾਂ ਦਾ ਕੁਆਰੰਟਾਈਨ ਨੂੰ 7 ਦਿਨਾਂ ਦੇ ਉੱਤੇ ਨਹੀਂ ਕਰ ਸਕਦੇ, ਕਿਉਂਕਿ ਇਹ ਜਿਹੜੀ ਗੱਲ ਬਹੁਤ ਹੀ ਜ਼ਿਆਦਾ ਪ੍ਰੋਬਲਮ ਵਾਲੀ ਹੋ ਸਕਦੀ ਹੈ। ਉਸ ਤੋਂ ਬਾਅਦ ਅਸੀਂ ਤੁਹਾਨੂੰ ਕੱਲ੍ਹ ਦੀਆਂ ਖਬਰਾਂ ਦੇ ਵਿੱਚ, ਸ਼ਾਇਦ ਪਰਸੋਂ ਦੀਆਂ ਖਬਰਾਂ ਵਿੱਚ ਦੱਸਿਆ ਸੀ ਕਿ ਲੜਾਈ ਦੇ ਵਿੱਚ ਇੱਕ ਮੁੰਡੇ ਦੀ ਮੌਤ ਹੋ ਗਈ ਹੈ, ਜਿਹਨੂੰ ਕੁੱਟ ਕੇ ਮਾਰ ਦਿੱਤਾ ਗਿਆ ਸੀ। ਪਰ ਹੁਣ ਹੋਰ ਵੀ ਬਹੁਤ ਸਾਰੀਆਂ ਗੱਲਾਂ ਸਾਹਮਣੇ ਆ ਰਹੀਆਂ ਜੀ ਕਿ ਉਹਨਾਂ ਦੇ ਘਰ ਦੇ ਕਹਿ ਰਹੇ ਨੇ ਕਿ ਫਿਰ ਕੀ ਹੋ ਗਿਆ ਜੇ ਇੱਕ ਮੁੰਡੇ ਨੂੰ ਮਾਰਤਾ, ਉਹ ਕਿਹੜਾ ਇਟਾਲੀਅਨ ਸੀ ਜਿਹਨੂੰ ਮਾਰਿਆ। ਅਤੇ ਬਹੁਤ ਸਾਰੀਆਂ ਗੱਲਾਂ ਆ ਰਹੀਆਂ ਸਾਹਮਣੇ। ਕੋਈ ਇੱਦਾਂ ਵੀ ਆ ਰਿਹਾ ਕਿ ਜੋ ਲੜਾਈ ਅਸਲ 'ਚ ਸ਼ੁਰੂ ਹੋਈ ਸੀ ਵੀ ਸ਼ਾਇਦ ਇੱਕ ਕੁੜੀ ਦਾ ਲਾਈਕ ਜਿਹੜਾ ਫੇਸਬੁੱਕ 'ਤੇ ਜਾਂ ਇੰਸਟਾਗ੍ਰਾਮ 'ਤੇ ਜਾਂ ਕਿਸੇ ਪਾਸੇ ਕਿਸੇ ਲਾਈਕ ਦੀ ਗੱਲਬਾਤ ਸੁਣਨ ਵਿੱਚ ਆ ਰਹੀ ਹੈ ਕਿ ਕਿਸੇ ਪਾਸੇ ਵੀ ਸੋਸ਼ਲ ਮੀਡੀਆ ਦੇ ਕਾਰਨ ਹੀ ਇਹ ਲੜਾਈ ਜਿਹੜੀ ਸ਼ੁਰੂਆਤ ਹੋਈ ਸੀ ਜੀ। ਅਤੇ ਹੁਣ ਅਸੀਂ ਗੱਲ ਕਰਦੇ ਹਾਂ ਅਸਲ ਦੇ ਵਿੱਚ ਜਿਹੜਾ ਸ਼ਾਇਦ ਤੁਸੀਂ ਬਹੁਤ ਹੀ ਬੇਸਬਰੀ ਨਾਲ ਉਡੀਕ ਰਹੇ ਹੋ ਜੀ, 300 ਯੂਰੋ ਦਾ ਜਿਹੜਾ ਬਾਊਂਸ ਆ। ਕਿਉਂਕਿ ਅਸੀਂ ਦੇਖਿਆ ਕਿ ਬੋਨਸ ਦੀ ਜਿਹੜੀ ਖਬਰ ਆ ਉਹਨੂੰ ਬਹੁਤ ਹੀ ਧਿਆਨ ਨਾਲ ਅਸੀਂ ਸੁਣਦੇ ਹਾਂ। ਅਸਲ 'ਚ ਬੋਨਸ ਹੈ ਕੀ ਹੈ ਜੀ? ਇਹ ਅਸਲ ਵਿੱਚ ਇਹ ਜੋ ਬੋਨਸ ਆ ਜੀ, ਇਹ ਉਹਨਾਂ ਬੰਦਿਆਂ ਲਈ ਜਿਨ੍ਹਾਂ ਦੇ ਬਾਰੇ ਅਸੀਂ ਮੇਰੇ ਹਿਸਾਬ ਨਾਲ ਇਸ ਦਸੰਬਰ ਦੇ ਵਿੱਚ ਵੀ ਗੱਲ ਕੀਤੀ ਕਿ ਸਰਕਾਰ ਬਜਟ ਦੇ ਵਿੱਚ ਰੱਖ ਰਹੀ ਆ। ਇਹਦੇ ਨਾਲ ਤੁਹਾਨੂੰ 300 ਯੂਰੋ ਸਾਲ ਦੇ ਮਿਲ ਸਕਦੇ ਆ ਜੇਕਰ ਤੁਸੀਂ 3000 ਯੂਰੋ ਤੱਕ ਖਰਚ ਕਰਦੇ ਹੋ ਔਨਲਾਈਨ ਕ੍ਰੈਡਿਟ ਕਾਰਡ ਦੇ ਨਾਲ। ਕਹਿਣ ਦਾ ਮਤਲਬ ਸਰਕਾਰ ਕਹਿ ਰਹੀ ਆ ਕਿ ਤੁਸੀਂ ਜਿੰਨੇ ਵੀ ਪੈਸੇ ਦੇ ਰਹੇ ਹੋ, ਜਿੱਥੇ ਵੀ ਪੈਸੇ ਕਰ ਰਹੇ ਹੋ, ਤੁਸੀਂ ਸਾਰੇ ਦੇ ਸਾਰੇ ਨੂੰ ਤੁਸੀਂ ਡਾਕੂਮੈਂਟ ਕਰੋ ਜੋ ਵੀ ਤੁਸੀਂ ਲਿਖਦੇ ਹੋ। ਇਹਦੇ ਨਾਲ ਕੀ ਹੋ ਜਾਂਦਾ ਜੀ, ਇੱਦਾਂ ਕਰਨ ਦੇ ਨਾਲ ਜਿੱਥੇ ਵੀ ਤੁਸੀਂ ਜਾਂਦੇ ਹੋ ਉਹਨਾਂ ਨੂੰ ਜਿਹੜੀ ਆ ਪਰਚੀ ਕੱਢਣੀ ਪੈਂਦੀ ਹੈ। ਜੇ ਉਹ ਪਰਚੀ ਕੱਢੂਗੇ ਤਾਂ ਉਹ ਫਿਰ ਟੈਕਸ ਤਾਰੂਗੇ, ਅਤੇ ਇਸ ਕਾਰਨ ਜਿਹੜੇ 2 ਨੰਬਰ ਦਾ ਬਲੈਕ ਦੀ ਮਨੀ ਆ ਉਹ ਬਾਹਰ ਨਹੀਂ ਜਾਊਗੀ, ਅਤੇ ਜਿਹੜਾ ਪੈਸਾ ਬੈਂਕਾਂ ਦੇ ਵਿੱਚ ਰਹੂਗਾ। ਅਤੇ ਬੈਂਕਾਂ ਦੇ ਵਿੱਚ ਰਹਿਣ ਦੇ ਨਾਲ ਕੀ ਹੋ ਜਾਣਾ ਜੀ, ਬੈਂਕਾਂ ਦੇ ਵਿੱਚ ਰਹਿਣ ਦੇ ਨਾਲ ਸਰਕਾਰ ਦੀ ਜਿਹੜੀ ਇਕੋਨਮੀ ਪਾਵਰ ਥੋੜ੍ਹੀ ਜਿਹੀ ਜ਼ਿਆਦਾ ਸ਼ੋਅ ਹੁੰਦੀ ਹੈ ਜੀ। ਇਹਦੇ ਲਈ ਤੁਹਾਨੂੰ ਕੋਈ ਵੀ ਫਿਲਹਾਲ ਰਿਕੁਆਇਰਮੈਂਟ ਨਹੀਂ ਦੱਸੀ ਗਈ ਤੁਹਾਡੇ ਕੋਲ ਪਾਸਪੋਰਟ ਹੋਣਾ ਚਾਹੀਦਾ, ਤੁਹਾਡੇ ਕੋਲ 5 ਸਾਲ ਦੀ ਸਜੋਰਨ ਹੋਣੀ ਚਾਹੀਦੀ, ਨਹੀਂ। ਸਿਰਫ ਤੁਸੀਂ 1 ਦਸੰਬਰ 2020 ਤੋਂ ਬਾਅਦ, ਫਿਲਹਾਲ ਜੋ ਦੱਸਿਆ ਜਾ ਰਿਹਾ 1 ਦਸੰਬਰ ਤੋਂ ਬਾਅਦ ਹੀ ਤੁਸੀਂ ਆਪਣਾ ਔਨਲਾਈਨ ਜੋ ਵੀ ਖਰਚ ਕਰਦੇ ਹੋ ਆਪਣੇ ਕ੍ਰੈਡਿਟ ਕਾਰਡ ਜਾਂ ਫਿਰ ਮਾਸਟਰ ਕਾਰਡ ਨਾਲ ਹੀ ਦਿਓ। ਕਹਿਣ ਦਾ ਮਤਲਬ ਇਲੈਕਟ੍ਰੋਨਿਕ ਪੇਮੈਂਟ ਕਰੋ ਅਤੇ 3000 ਯੂਰੋ ਤੱਕ ਤੁਹਾਨੂੰ ਤਕਰੀਬਨ 300 ਯੂਰੋ ਜਿਹੜਾ ਵਾਪਸ ਆ ਸਕਦਾ। ਇਹ ਸਭ ਕਿਉਂ ਕੀਤਾ ਜਾ ਰਿਹਾ ਜੀ? ਇਹ ਸਭ ਇਸ ਕਰਕੇ ਕੀਤਾ ਜਾ ਰਿਹਾ ਜੀ ਜੋ ਕਿ ਬਲੈਕ ਮਨੀ ਆ ਨਾ ਘੁੰਮੇ। ਪਹਿਲਾਂ ਹੀ ਜਿਹੜੀ ਬਲੈਕ ਮਨੀ ਆ ਉਹ ਘਟਾ ਦਿੱਤੀ ਗਈ ਹੈ ਜੀ। ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਸਾਹਮਣੇ ਆਉਣੀ ਹੈ ਕਿ 2021 ਤੱਕ ਜਿਹੜਾ ਤਕਰੀਬਨ ਹੌਲੀ ਕਰਦਿਆਂ ਨੂੰ ਤੁਸੀਂ 1 ਮਹੀਨੇ ਦੇ ਵਿੱਚ 1000 ਯੂਰੋ ਜਾਣੀ ਕਿ 999 ਯੂਰੋ ਅਤੇ 99 ਸੈਂਟ ਹੀ ਕਢਾ ਸਕਦੇ ਹੋ। ਹੌਲੀ ਇਹਨਾਂ ਨੇ 2021-22 ਦੇ ਵਿੱਚ ਇਸ ਹਿਸਾਬ ਨਾਲ ਕਰ ਦੇਣੇ ਕਿ ਤੁਹਾਡੇ ਜੇਬ ਦੇ ਵਿੱਚ ਜਿਹੜਾ ਪੈਸਾ ਨਾ ਆਵੇ, ਜੋ ਪੈਸਾ ਸਾਰਾ ਤੁਸੀਂ ਬੈਂਕਾਂ ਰਾਹੀਂ ਹੀ ਦਿਓ। ਅਤੇ ਇਹ ਸੀ ਅੱਜ ਦੀਆਂ ਸਾਡੀਆਂ ਮੇਨ ਖਬਰਾਂ। ਉਮੀਦ ਕਰਦੇ ਹਾਂ ਕਿ ਤੁਹਾਨੂੰ ਸਾਡੀਆਂ ਜਿਹੜੀਆਂ ਅੱਜ ਦੀਆਂ ਖਬਰਾਂ ਵੀ ਵਧੀਆ ਲੱਗੀਆਂ ਹੋਣਗੀਆਂ। ਅਤੇ ਹੁਣ ਦੇਖਦੇ ਹਾਂ ਜੀ ਆਪਣਾ ਮੇਨ ਜੋ ਅਸੀਂ ਸਾਰੀ ਸਟੇਟਾਂ ਵਾਈਜ਼ ਤੁਹਾਨੂੰ ਦੱਸਦੇ ਹਾਂ ਕਿ ਸਟੇਟ ਦੇ ਵਿੱਚ ਕਿੰਨੇ ਕੇਸ ਆਏ ਨੇ। ਹੁਣ ਸਾਰੇ ਉਹ ਸਟੇਟਾਂ ਬਾਰੇ ਅਸੀਂ ਗੱਲ ਕਰਦੇ ਹਾਂ। ਸਭ ਤੋਂ ਪਹਿਲਾਂ ਰੋਜ਼ ਦੀ ਤਰ੍ਹਾਂ ਅਸੀਂ ਦੇਖਦੇ ਹਾਂ ਜੀ ਟੋਟਲ ਜਿਹੜੇ ਕੇਸ ਕਿਹਨਾਂ ਸਟੇਟਾਂ ਦੇ ਵਿੱਚ ਜ਼ਿਆਦਾ ਆਏ ਨੇ। ਲੋਂਬਰਦੀਆ ਦੇ ਵਿੱਚ 271, 249 ਕੰਪਾਨੀਆਂ ਦੇ ਵਿੱਚ, ਪੂਲੀਆ ਦੇ ਵਿੱਚ 143, ਲਾਸੀਓ ਦੇ ਵਿੱਚ 129 ਅਤੇ ਵੇਨੇਤੋ ਦੇ ਵਿੱਚ 105 ਟੋਟਲ ਨਵਾਂ ਕੇਸ ਸਾਹਮਣੇ ਆਇਆ ਜੀ। ਅਤੇ ਹੁਣ ਦੇਖਦੇ ਹਾਂ ਜੀ ਕੇਸ ਹਿਸਾਬ ਦੇ ਨਾਲ ਕਿੱਥੇ ਕਿੰਨੇ ਕੇਸ ਆਏ ਨੇ। ਜੇ ਹੁਣ ਲੋਂਬਰਦੀਆ ਦੇ ਏਰੀਆ ਦੀ ਗੱਲ ਕਰੀਏ ਜੀ, ਮਿਲਾਨ ਦੇ ਵਿੱਚ ਜਿਹੜੇ 100 ਨਵਾਂ ਕੇਸ, ਬਰੇਸ਼ੀਆ ਦੇ ਵਿੱਚ 30, ਬੈਰਗਮੋ 9, ਕ੍ਰੇਮੋਨਾ 4, ਮੋਨਜ਼ਾ ਬਰਿਆਂਜ਼ਾ ਵਿੱਚ 25, ਪਵੀਆ 24, ਕੋਮੋ 14, ਫਰੇਜ਼ 19, ਮਾਨਤੋਬਾ 8, ਲੋਧੀ ਵਿੱਚ 4, ਲੇਕੋ 5, ਸੌਂਦਰੀਓ ਵਿੱਚ 2। ਪਿਊਮੋਂਤੇ ਦੇ ਵਿੱਚ ਆਏ ਨੇ ਜੀ 42 ਕੇਸ, ਤੋਰੀਨੋ ਵਿੱਚ 25, ਅਲੇਸਾਂਦਰੀਆ 3, ਕੂਨੀਓ 3, ਨੋਵਾਰਾ 7 ਅਤੇ ਵੈਰਸੈਲੀ ਵਿੱਚ 1, ਬੈਰਬੋ ਕੂਜ਼ੀਓ ਓਸਲਾ ਦੇ ਵਿੱਚ ਵੀ 1 ਕੇਸ ਸਾਹਮਣੇ ਆਇਆ ਜੀ। ਅਤੇ ਇਮੀਲੀਆ ਰੋਮਾਨੀਆ ਦੀ ਗੱਲ ਕਰੀਏ ਤਾਂ
94 ਨਵੇਂ ਕੇਸ ਉਹਦੇ ਵਿੱਚ ਆਏ ਨੇ। ਬੋਲੋਨੀਆ ਦੇ ਵਿੱਚ 23, ਰੇਜੋ ਏਮੀਲੀਆ 14, ਪਿਆਚੈਂਸਾ 1, ਮੋਦੇਨਾ 23, ਪਾਰਮਾ 8, ਰੀਮਿਨੀ 6, ਫੋਰਲੀ ਸਜੇਨਾ ਵਿੱਚ 10, ਰਵੈਨਾ ਦੇ ਵਿੱਚ ਆਏ ਨੇ 6, ਫੈਰਾਰਾ ਦੇ ਵਿੱਚ ਆਏ ਨੇ 3। ਵੇਨੇਤੋ ਦੀ ਗੱਲ ਕਰੀਏ ਜੀ, ਵੇਨੇਤੋ ਦੇ ਵਿੱਚ ਟੋਟਲ 105 ਕੇਸ ਆਇਆ। ਵੇਰੋਨਾ ਦੇ ਏਰੀਏ ਦੇ ਵਿੱਚ 23 ਆਏ ਨੇ, ਪਾਦੋਆ ਵਿੱਚ 6, ਤਰਵੀਜ਼ੋ ਵਿੱਚ 41, ਵੈਨੇਸੀਆ ਦੇ ਵਿੱਚ 25, ਵਿਚੈਂਸਾ ਦੇ ਵਿੱਚ 14, ਬੇਲੂਨੋ ਵਿੱਚ 1 ਤੇ ਰੋਵੀਗੋ ਦੇ ਵਿੱਚ 4 ਕੇਸ ਸਾਹਮਣੇ ਆਏ ਨੇ। ਤੋਸਕਾਨਾ ਦੇ ਵਿੱਚ ਟੋਟਲ 59 ਕੇਸ ਆਏ ਨੇ, 20 ਫਿਰੈਂਸੇ ਦੇ ਵਿੱਚ, 6 ਲੂਕਾ ਵਿੱਚ, 2 ਮਾਸਾ ਕਰਾਰਾ, 8 ਪੀਜ਼ਾ, 8 ਅਰੈਜ਼ੋ, 5 ਪਿਸਤੋਈਆ, 6 ਪਰਾਤੋ, 2 ਲਿਵੋਰਨੋ, 1 ਸੀਨਾ ਤੇ 1 ਗ੍ਰੋਸੇਟੋ। ਲਾਤਸੀਓ ਦੇ ਵਿੱਚ 129 ਕੇਸ, ਰੋਮਾ ਦੇ ਵਿੱਚ ਟੋਟਲ 114, ਲਤੀਨਾ ਦੇ ਵਿੱਚ ਆਏ ਨੇ 7 ਅਤੇ ਫਰੋਜ਼ੀਨੋਨੇ ਦੇ ਵਿੱਚ ਆਏ ਨੇ 8 ਤੇ ਲਿਗੂਰੀਆ ਦੇ ਵਿੱਚ 64 ਕੇਸ ਆਏ ਨੇ, ਜੇਨੋਵਾ 25, ਸਵੋਨਾ 6, ਇੰਪੇਰੀਆ 6, ਲਾਸਪੇਸੀਆ ਦੇ ਵਿੱਚ 25 ਕੇਸ ਆਏ ਨੇ। ਕੰਪਾਨੀ ਦੇ ਵਿੱਚ 249 ਕੇਸ ਆਏ ਨੇ, ਜਿਨ੍ਹਾਂ ਦੇ ਵਿੱਚ ਨਾਪਲੀ ਵਿੱਚ 185, ਕਜ਼ੈਰਤਾ ਵਿੱਚ 43, ਸਲੈਰਨੋ ਵਿੱਚ 13, ਅਵੇਲੀਨੋ ਬੇਨੇਵੈਂਤੋ ਵਿੱਚ 2 ਕੇਸ ਆਏ ਨੇ। ਤਰੇਂਤੋ ਆਲਤੋ ਆਦੀ ਦੇ ਵਿੱਚ 7 ਕੇਸ ਆ ਜੀ, 3 ਤਰੇਂਤੋ ਵਿੱਚ ਅਤੇ 4 ਬੁਲਸਾਨੋ ਦੇ ਵਿੱਚ। ਮਾਰਕੇ ਦੇ ਵਿੱਚ 15 ਕੇਸ ਆਏ ਨੇ, ਜਿਨ੍ਹਾਂ ਵਿੱਚ ਪੇਜ਼ਰੋ ਰੂਬੀਨੋ ਵਿੱਚ 1 ਆ, ਅੰਕੋਨਾ ਮਚੇਰਾਤਾ ਵਿੱਚ 4, ਆਸਕੋਲੀ ਪੇਚੇਨੋ ਵਿੱਚ ਵੀ 4 ਨੇ, ਫੇਰਮੋ ਵਿੱਚ 2 ਕੇਸ। ਪੂਲੀਆ ਦੇ ਵਿੱਚ 143 ਕੇਸ, 74 ਬਾਰੀ, ਫੌਜਾ ਵਿੱਚ 12, ਬਰਿੰਦੀਜ਼ੀ ਵਿੱਚ 8, 3 ਲੇਚੇ ਵਿੱਚ, ਬਿਰਲੈਤਾ ਅੰਦਰੀਆ ਤਰਾਨੀ ਵਿੱਚ 10 ਅਤੇ 33 ਆਏ ਨੇ ਤਾਰਾਂਤੋ ਵਿੱਚ। ਸਿਚੀਲੀਆ ਦੇ ਵਿੱਚ 84 ਟੋਟਲ ਕੇਸ ਆਏ ਨੇ। ਹੁਣ ਦੇਖਦੇ ਹਾਂ ਜੀ, ਕਤਾਨੀਆ ਵਿੱਚ 14, ਪਲੇਰਮੋ 20, ਮੈਸੀਨਾ ਵਿੱਚ 4, ਰਾਗੂਜ਼ਾ ਵਿੱਚ 4, ਸਿਰਾਕੂਜ਼ਾ ਵਿੱਚ 1 ਤੇ ਤਰਾਪਨੀ ਦੇ ਵਿੱਚ 41 ਨਵੇਂ ਕੇਸ ਆਏ ਨੇ। ਫਰੇਲੀ ਵਿਨੇਂਸੀਆ ਜੂਲੀਆ ਦੀ ਗੱਲ ਕਰੀਏ ਤਾਂ 12 ਕੇਸ ਨੇ ਜੋ ਕਿ ਊਦੀਨੀ ਦੇ ਵਿੱਚ ਆਏ ਨੇ। ਅਬਰੂਥੋ ਦੇ ਵਿੱਚ 13 ਕੇਸ ਆਏ ਨੇ। ਪਿਸਕਾਰਾ ਕੇਤੀ ਵਿੱਚ 4, ਤੈਰਮੋ ਅਤੇ ਆਕੁਇਲਾ ਦੇ ਵਿੱਚ 1। ਸਰਦੇਨੀਆ ਦੇ ਵਿੱਚ 51 ਕੇਸ, ਸਾਸਰੀ 36, ਕਾਲਜਰੀ 2, ਸੁੱਧ ਸਰਦੇਨੀਆ ਤੇ ਨੂਓਰੋ ਵਿੱਚ 6, ਓਰਿਸਤਾਨੋ ਵਿੱਚ 1, ਉੰਬਰੀਆ ਦੇ ਵਿੱਚ 7, ਪੂਲੀਆ 4 ਅਤੇ ਤੈਰਨੀ ਦੇ ਵਿੱਚ 3। ਕਲਾਬਰੀਆ ਵਿੱਚ 8 ਆਏ ਨੇ, ਕੋਜ਼ੈਂਸਾ ਵਿੱਚ 2, ਰੇਜੋ ਕਲਾਵਰੀ ਅਤੇ ਕਤਨਜ਼ਾਰੋ ਵਿੱਚ 3 ਕੇਸ। ਵਾਲੇ ਦਾ ਦੇ ਵਿੱਚ 5, ਔਸਤਾ ਵਿੱਚ 4 ਅਤੇ 1 ਦੀ ਜਾਂਚ ਹੋ ਰਹੀ ਹੈ। ਬਾਜ਼ਿਲਿਕਾਤਾ ਵਿੱਚ 8 ਕੇਸ ਆਏ ਨੇ, ਜੋ ਕਿ ਮਤੇਰਾ 'ਚ 2, 5 ਪੋਤੈਂਸਾ ਵਿੱਚ। ਮੋਲੀਜ਼ੇ ਵਿੱਚ 3 ਕੇਸ ਆਏ ਨੇ, ਕੰਪੋ ਬਾਸੋ ਵਿੱਚ 2 ਅਤੇ 1 ਅੱਜ ਇਜ਼ੈਰਨੀਆ ਵਿੱਚ। ਇਹ ਸੀ ਮੇਨ ਸਟੇਟ ਵਾਈਜ਼ ਅਸੀਂ ਤੁਹਾਨੂੰ ਦੱਸਿਆ। ਕਈ ਵਾਰ ਸਾਨੂੰ ਕਮੈਂਟਾਂ ਦੇ ਵਿੱਚ ਪੁੱਛਿਆ ਜਾਂਦਾ, ਭਾਜੀ ਤੁਸੀਂ ਸਪੇਸੀਆ ਬਾਰੇ ਨਹੀਂ ਦੱਸਦੇ, ਭਾਜੀ ਤੁਸੀਂ ਵਰੋਨਾ ਬਾਰੇ ਨਹੀਂ ਦੱਸਦੇ। ਅਸੀਂ ਉਹਨਾਂ ਸਾਰਿਆਂ ਨੂੰ ਦੱਸਣਾ ਚਾਹੁੰਦੇ ਕਿ ਜਿਸ ਟਾਈਮ ਵੀ ਅਸੀਂ ਰਿਕਾਰਡ ਕਰਦੇ ਹਾਂ, ਲਾਸਟ ਵਿੱਚ ਅਸੀਂ ਸਾਰੀਆਂ ਸਟੇਟਾਂ ਬਾਰੇ ਹੀ ਦੱਸਦੇ ਹਾਂ। ਪਹਿਲਾਂ ਅਸੀਂ ਕਿਸੇ ਸਟੇਟ ਨੂੰ ਛੱਡ ਜਾਈਦਾ ਸੀ, ਹੁਣ ਅਸੀਂ A ਤੋਂ ਲੈ ਕੇ Z ਤੱਕ ਸਾਰੀਆਂ ਸਟੇਟਾਂ ਬਾਰੇ ਹੀ ਦੱਸੀਦਾ। ਤੇ ਚਲੋ ਚੰਗਾ ਜੀ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਇਹ ਸੀ ਅੱਜ ਦੀਆਂ ਸਾਡੀਆਂ ਕੁਝ ਖਾਸ ਖਬਰਾਂ। ਉਮੀਦ ਕਰਦੇ ਹਾਂ ਕਿ ਤੁਹਾਨੂੰ ਸਾਡੀਆਂ ਅੱਜ ਦੀਆਂ ਖਬਰਾਂ ਵੀ ਵਧੀਆ ਲੱਗੀਆਂ ਹੋਗੀਆਂ। ਜੇਕਰ ਤੁਹਾਨੂੰ ਸਾਡੀਆਂ ਖਬਰਾਂ ਵਧੀਆ ਲੱਗਦੀਆਂ ਤਾਂ ਲਾਈਕ ਸ਼ੇਅਰ ਜ਼ਰੂਰ ਕਰਦੇ ਕਰੋ, ਤੇ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਵੀ ਜ਼ਰੂਰ ਕਰਿਓ। ਮਿਲਦੇ ਹਾਂ ਜੀ ਕੱਲ੍ਹ ਦੇ ਅਪਡੇਟ ਦੇ ਵਿੱਚ। ਉਹਨਾਂ ਟਾਈਮ ਆਪਣੇ ਘਰ ਪਰਿਵਾਰ ਦਾ ਖਿਆਲ ਰੱਖਿਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।